ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ, ਕਿਉਂਕਿ ਹੁਣ ਤੁਸੀਂ ਇੰਨੀ ਮਿਹਨਤ ਕਰ ਚੁੱਕੇ ਹੋ। ਇੰਨੀ ਮਿਹਨਤ ਕਰਨ ਤੋਂ ਬਾਅਦ ਅਗਰ ਉੱਥੇ ਤੁਹਾਡੇ ਤੋਂ ਕੋਈ ਗਲਤੀ ਰਹਿ ਜਾਂਦੀ ਹੈ, ਕੋਈ ਡਾਕੂਮੈਂਟ ਮੌਕੇ ਤੇ ਪ੍ਰੋਡਿਊਸ ਨਹੀਂ ਕਰ ਪਾਉਂਦੇ, ਤਾਂ ਸਾਰੀ ਮਿਹਨਤ ਬੇਕਾਰ ਜਾਂਦੀ ਹੈ। ਸੋ ਇੱਕ ਸਟੈਪ ਨੂੰ ਧਿਆਨ ਨਾਲ ਸੁਣੋ। ਮੈਂ ਵੀ ਤੁਹਾਨੂੰ ਇਕੱਲਾ ਸਟੈਪ ਦਿਖਾਊਂਗਾ, ਅੱਜ ਮੈਂ ਨੋਟੀਫਿਕੇਸ਼ਨ 'ਚੋਂ ਕੁਝ ਵੀ ਜਿਹੜਾ ਹੈਗਾ ਸਕਿਪ ਨਹੀਂ ਕਰ ਰਿਹਾ ਹੈਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਮਨੀਜ਼ ਕੈਫੇ। ਅਧੀਨ ਸਭਾਵਾਂ ਚੋਣ ਬੋਰਡ ਪੰਜਾਬ ਵੱਲੋਂ ਇੱਕ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਜਾਰੀ ਕੀਤਾ ਗਿਆ ਹੈ ਜੂਨੀਅਰ ਡਰਾਫਟਸਮੈਨ ਸਿਵਲ ਮਕੈਨੀਕਲ ਤੇ ਆਰਕੀਟੈਕਚਰ ਦੀਆਂ 659 ਅਸਾਮੀਆਂ ਜੋ ਪ੍ਰਕਾਸ਼ਿਤ ਕੀਤੀਆਂ ਗਈਆਂ ਸੀਗੀਆਂ ਇਸ਼ਤਿਹਾਰ ਨੰਬਰ 12/2021 ਦਾ, ਜਿਸ ਦੀ ਲਿਖਤੀ ਪ੍ਰੀਖਿਆ ਮਿਤੀ 4/10/2021 ਨੂੰ ਲਈ ਗਈ ਸੀਗੀ। ਇਸ ਐਗਜ਼ਾਮ ਵਿੱਚ ਜਿਨ੍ਹਾਂ ਦੇ 40% ਮਾਰਕਸ ਆਏ ਸੀਗੇ, ਉਹਨਾਂ ਉਮੀਦਵਾਰਾਂ ਪਾਸੋਂ 18 ਦਸੰਬਰ 2021 ਨੂੰ ਅਤੇ 19 ਦਸੰਬਰ 2021 ਨੂੰ ਤੁਹਾਡੀ ਇੱਕ ਡਰਾਇੰਗ ਸਕਿੱਲ ਟੈਸਟ ਹੋਇਆ ਸੀ ਆਟੋਕੈਡ ਦਾ। ਉਸ ਦਾ ਵੀ ਨਤੀਜਾ ਜਿਹੜਾ ਹੈਗਾ 6 ਮਈ 2022 ਨੂੰ ਅਨਾਉਂਸ ਕਰ ਦਿੱਤਾ ਗਿਆ ਹੈਗਾ। ਵਿਭਾਗ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਔਰ ਟੈਸਟ ਇੱਕ ਕੁਆਲੀਫਾਈਂਗ ਨੇਚਰ ਸੀਗਾ। ਜੋ ਉਮੀਦਵਾਰ ਕੁਆਲੀਫਾਈ ਹੋਏ ਆ, ਮੈਰਿਟ ਅਨੁਸਾਰ ਪ੍ਰਾਪਤ ਅੰਕਾਂ ਦੇ ਆਧਾਰ ਤੇ ਕਾਉਂਸਲਿੰਗ ਲਈ ਬੁਲਾਇਆ ਜਾ ਰਿਹਾ ਹੈ, ਜੋ ਕਿ ਮਿਤੀ 7 ਜੂਨ 2022, 8 ਜੂਨ 2022 ਅਤੇ 9 ਜੂਨ 2022 ਨੂੰ ਤੁਸੀਂ ਬੋਰਡ ਦੇ ਐਡਰੈਸ ਤੇ ਜਿਹੜਾ ਹੈਗਾ ਵਣ ਭਵਨ ਸੈਕਟਰ 68 SAS ਨਗਰ ਮੋਹਾਲੀ, ਜਾਣੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਆ, ਉੱਥੇ ਤੁਹਾਡੀ ਕਾਉਂਸਲਿੰਗ ਹੈਗੀ ਆ। ਇਹਨਾਂ ਡੇਟਸ ਤੇ ਰੱਖੀ ਗਈ ਆ। ਕਾਉਂਸਲਿੰਗ ਦਾ ਜਿਹੜਾ ਵਿਸਤਾਰ ਕੱਟ ਆਫ ਜੋ ਵੀ ਹੈ ਇਹਨਾਂ ਨੇ ਇਸ ਨੋਟੀਫਿਕੇਸ਼ਨ ਦੇ ਵਿੱਚ ਦੇ ਦਿੱਤਾ ਗਿਆ ਹੈ। ਇੱਥੇ ਆਪਾਂ ਅਗਰ ਸਭ ਤੋਂ ਪਹਿਲਾਂ ਗੱਲ ਕਰੀਏ ਜੂਨੀਅਰ ਡਰਾਫਟਸਮੈਨ ਜੋ ਸਿਵਲ ਦੀ ਵੈਕੈਂਸੀ ਸੀਗੀ, ਉਸ ਦਾ ਇਹਨਾਂ ਨੇ ਲਿਖਿਆ ਹੋਇਆ ਵੀ ਡਰਾਇੰਗ ਸਕਿੱਲ ਟੈਸਟ ਜਿਹੜਾ ਕਿ ਆਟੋਕੈਡ ਦੇ ਵਿੱਚ ਹੋਇਆ ਸੀਗਾ, ਉਹਨੂੰ ਕੁਆਲੀਫਾਈਡ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਹਰ ਤਰ੍ਹਾਂ ਦੇ ਦਸਤਾਵੇਜ਼ ਦੀ ਪੜਤਾਲ ਜਾਂ ਫਿਰ ਵੈਰੀਫਿਕੇਸ਼ਨ ਕਹਿ ਸਕਦੇ ਆਪਾਂ ਕਰਨ ਲਈ ਹੇਠ ਲਿਖੇ ਅਨੁਸਾਰ ਕਾਉਂਸਲਿੰਗ ਤੇ ਬੁਲਾਇਆ ਗਿਆ ਹੈ। ਸਭ ਤੋਂ ਪਹਿਲਾਂ ਇੱਥੇ ਜੋ ਸੂਚੀ ਦੇ ਵਿੱਚ ਆਪਾਂ ਦੇਖੀਏ, ਜਰਨਲ ਕੈਟਾਗਰੀ ਦੇ ਸਾਰੇ ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਂਦਾ ਹੈ। ਇਸ ਦੇ ਵਿੱਚ ਇਹਨਾਂ ਨੇ ਉਮੀਦਵਾਰਾਂ ਦੀ ਗਿਣਤੀ 315 ਰੱਖੀ ਗਈ ਹੈ। ਕਾਉਂਸਲਿੰਗ ਦੀ ਮਿਤੀ 7 ਜੂਨ 2022, ਤੁਸੀਂ ਸਵੇਰੇ 10 ਵਜੇ ਉੱਥੇ ਪਹੁੰਚਣੇ ਚਾਹੀਦੇ ਹੋ। ਤੁਸੀਂ ਕੋਸ਼ਿਸ਼ ਕਰਨਾ ਉੱਥੇ ਘੰਟਾ ਜਾਂ ਅੱਧਾ ਘੰਟਾ ਪਹਿਲਾਂ ਤੁਸੀਂ ਉੱਥੇ ਰਿਪੋਰਟ ਕਰਨਾ ਹੈਗਾ, ਤਾਂ ਕਿ ਅਗਰ ਤੁਹਾਡਾ ਕੋਈ ਡਾਕੂਮੈਂਟ ਵਗੈਰਾ ਘਟਦਾ ਵੱਧਦਾ ਹੈਗਾ ਤਾਂ ਤੁਸੀਂ ਪਹਿਲਾਂ ਉਹਨੂੰ ਮੈਨੇਜ ਕਰ ਸਕੋ ਆਪਣੇ ਨਾਲਦਿਆਂ ਦੇ ਨਾਲ ਕਨੈਕਟ ਕਰਕੇ। ਬਾਕੀ ਤੁਹਾਨੂੰ ਸਾਰੀ ਡਿਟੇਲ ਇਸ ਵੀਡੀਓ 'ਚ ਮੈਂ ਦਿੰਦਾ, ਤੁਸੀਂ ਕਿਹੜੇ ਡਾਕੂਮੈਂਟ ਕਿੱਦਾਂ ਲੈ ਜਾਣੇ ਆ, ਕਿਸ ਗੱਲ ਦਾ ਧਿਆਨ ਰੱਖਣਾ। ਔਰ ਇਹ ਜਰਨਲ ਕੈਟੇਗਰੀ ਦੀ 315 ਜੋ ਕਿ 10 ਵਜੇ ਤੱਕ ਤੁਹਾਨੂੰ ਸੱਦਿਆ ਗਿਆ 7 ਜੂਨ ਨੂੰ। ਬਾਕੀ ਰਹਿੰਦੀਆਂ ਸਾਰੀਆਂ ਕੈਟੇਗਰੀਆਂ ਜਰਨਲ ਤੋਂ ਸਿਵਾਏ SC, M&B, RO, ਇਕਨੋਮਿਕਲੀ ਵੀਕਰ, ਐਕਸ-ਸਰਵਿਸਮੈਨ ਜਾਂ ਜਿੰਨੀਆਂ ਵੀ ਕੈਟੇਗਰੀਆਂ ਆਉਂਦੀਆਂ, ਇਹ ਆਪਾਂ ਗੱਲ ਕਰ ਰਹੇ ਹਾਂ ਜੂਨੀਅਰ ਡਰਾਫਟਸਮੈਨ ਸਿਵਲ ਦੀ। ਤਾਂ ਇਸ ਦੇ ਵਿੱਚ ਜਿੰਨੀਆਂ ਵੀ ਬਾਕੀ ਰਹਿੰਦੀਆਂ ਕੈਟੇਗਰੀਆਂ ਵਾਲੇ ਹਨ, ਉਹਨਾਂ ਦੇ 301 ਉਮੀਦਵਾਰ ਜੋ ਕਿ ਉਹਨਾਂ ਨੇ ਉੱਥੇ ਸੱਦੇ ਆ, ਉਹਨਾਂ ਨੂੰ ਨੈਕਸਟ ਡੇ ਯਾਨੀ ਕਿ 8 ਜੂਨ 2022 ਸਵੇਰੇ 10 ਵਜੇ ਦਾ ਉਹਨਾਂ ਨੇ ਸਮਾਂ ਦਿੱਤਾ। ਤੁਸੀਂ ਵੀ ਉੱਥੇ ਪਹਿਲਾਂ ਪਹੁੰਚਣਾ ਹੈਗਾ। ਦੂਸਰੀ ਵੈਕੈਂਸੀ ਇੱਥੇ ਹੈਗੀ ਆ ਜੂਨੀਅਰ ਡਰਾਫਟਸਮੈਨ ਦੇ ਵਿੱਚ ਆਰਕੀਟੈਕਚਰ ਦੇ ਵਿੱਚ। ਇਹਨਾਂ ਦੀਆਂ ਸਾਰੀਆਂ ਕੈਟੇਗਰੀਆਂ ਦੇ ਉਮੀਦਵਾਰ, ਕਿਉਂਕਿ ਉਮੀਦਵਾਰਾਂ ਦੀ ਗਿਣਤੀ ਘੱਟ ਹੋਣ ਕਰਕੇ ਇਹਨਾਂ ਨੇ ਜਰਨਲ, SC, BC ਸਭਾ ਇਹ ਸਾਰਿਆਂ ਨੂੰ 9 ਜੂਨ 2022 ਨੂੰ ਉੱਥੇ ਸੱਦਿਆ ਹੈਗਾ। ਸਮਾਂ ਜਿਹੜਾ ਹੈਗਾ ਸੇਮ 10 ਵਜੇ ਦਾ ਹੀ ਰਹੇਗਾ। ਉਮੀਦਵਾਰ 60 ਸੱਦੇ ਗਏ ਆ। ਤੀਸਰੀ ਵੈਕੈਂਸੀ ਹੈ ਜੂਨੀਅਰ ਡਰਾਫਟਸਮੈਨ ਮਕੈਨੀਕਲ ਦੀ। ਇੱਥੇ ਇਹਨਾਂ ਨੇ ਨਾਲ ਕੱਟ ਆਫ ਵੀ ਸ਼ੋਅ ਕੀਤੀ ਹੈ। ਜਰਨਲ ਦੇ ਵਿੱਚ ਪੁਰਸ਼ ਤੇ ਇਸਤਰੀਆਂ ਦੋਨਾਂ ਨੂੰ ਬੁਲਾਇਆ ਗਿਆ ਹੈ 9 ਜੂਨ 2022 ਨੂੰ। ਅਗਰ ਤੁਹਾਡੀ ਕੱਟ ਆਫ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜੋ ਪੁਰਸ਼ ਹੈ ਉਹਨਾਂ ਦੀ ਕੱਟ ਆਫ 69.50 ਅੰਕ ਅਤੇ ਇਸ ਤੋਂ ਵੱਧ ਅੰਕਾਂ ਵਾਲਿਆਂ ਨੂੰ ਸੱਦਿਆ ਗਿਆ ਹੈ, ਮਿਨੀਮਮ ਹੈ। ਇਸਤਰੀਆਂ ਦੀ 69 ਜਿਨ੍ਹਾਂ ਨੇ ਨੰਬਰ ਲਏ ਆ ਉਹਨਾਂ ਨੂੰ ਸੱਦਿਆ ਗਿਆ ਹੈ। ਔਰ ਉਮੀਦਵਾਰਾਂ ਦੀ ਗਿਣਤੀ ਦੀ ਅਗਰ ਗੱਲ ਕਰੀਏ ਤਾਂ ਪੁਰਸ਼ ਜਿਹੜੇ 6 ਸੱਦੇ ਔਰ ਇਸਤਰੀ 1 ਸੱਦੀ ਗਈ ਹੈ ਇਸ ਵੈਕੈਂਸੀ ਵਾਸਤੇ। ਬਾਕੀ ਰਹਿੰਦੀਆਂ ਸਾਰੀਆਂ ਕੈਟੇਗਰੀਆਂ ਦੇ ਸਾਰੇ ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਂਦਾ ਹੈ। ਤਾਂ ਇਹਦੇ ਵਿੱਚ ਉਮੀਦਵਾਰ 19 ਜਾਣਗੇ ਟੋਟਲ। ਔਰ ਤੁਸੀਂ ਇੱਥੇ ਦੇਖੋ 9 ਜੂਨ 2022 ਸਵੇਰੇ 10 ਵਜੇ ਤੁਹਾਡਾ ਸਮਾਂ ਰੱਖਿਆ ਗਿਆ ਹੈ। ਨੀਚੇ ਜੋ ਇਹਨਾਂ ਨੇ ਲਿਖਿਆ ਗਿਆ ਹੈ, ਉਮੀਦਵਾਰ ਆਪਣਾ ਅਸਲ ਦਸਤਾਵੇਜ਼ ਸਮੇਤ ਉੱਪਰ ਦਰਸਾਏ ਸ਼ਡਿਊਲ ਅਨੁਸਾਰ ਕਾਉਂਸਲਿੰਗ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਉਣ। ਤੁਸੀਂ ਆਪਣੇ ਜੋ ਡਾਕੂਮੈਂਟ ਹੈ, ਤੁਸੀਂ ਫਾਰਮ ਫਿਲ ਕਰਨ ਲੱਗੇ ਜੋ ਡਾਕੂਮੈਂਟ ਉੱਥੇ ਲਾਏ, ਤੁਸੀਂ ਉਸ ਤੋਂ ਸਿਵਾਏ ਵੀ ਜਿੰਨੇ ਵੀ ਕੁਆਲੀਫਿਕੇਸ਼ਨ ਨਾਲ ਰਿਲੇਟਡ ਜੋ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਆਉਂਦੇ, ਬਾਕੀ ਇਹਨਾਂ ਦੀ ਥੱਲੇ ਮੈਂ ਤੁਹਾਨੂੰ ਦੱਸਦਾ ਲਿਸਟ ਵੀ ਦਿੱਤੀ ਗਈ ਆ, ਉਹ ਓਰੀਜਨਲ ਪਲੱਸ ਉਹਨਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਜਾਣੀਆਂ।
ਇਸ ਸੰਬੰਧੀ ਕੋਈ ਹੋਰ ਮੌਕਾ ਤੁਹਾਨੂੰ ਜਿਹੜਾ ਹੈਗਾ ਨਹੀਂ ਮਿਲੇਗਾ ਬਾਅਦ ਦੇ ਵਿੱਚ, ਉਹ ਵਿਭਾਗ ਤੇ ਡਿਪੈਂਡ ਕਰਦਾ, ਬਟ ਇਹਨਾਂ ਨੇ ਇੱਥੇ ਕਲੀਅਰਲੀ ਲਿਖਤਾ ਵੀ ਤੁਹਾਨੂੰ ਬਾਅਦ ਸੈਕੰਡ ਚਾਂਸ ਨਹੀਂ ਦਿੱਤਾ ਜਾਏਗਾ। ਉਮੀਦਵਾਰ ਦੇ ਦਸਤਾਵੇਜ਼ ਹਰ ਪੱਖੋਂ ਦਰੁਸਤ ਪਾਉਣ ਉਪਰੰਤ ਉਸ ਦੀ ਅਸਾਮੀ ਲਈ ਹਰ ਪੱਖੋਂ ਯੋਗਤਾ ਸਿੱਧ ਹੋਣ ਤੇ ਹੀ ਉਸ ਨੂੰ ਚੋਣ ਲਈ ਵਿਚਾਰਿਆ ਜਾਏਗਾ। ਅਗਰ ਤੁਸੀਂ ਉੱਥੇ ਕੋਈ ਆਪਣਾ ਡਾਕੂਮੈਂਟ ਪ੍ਰੋਡਿਊਸ ਨਹੀਂ ਕਰ ਪਾਉਂਦੇ ਤਾਂ ਹੋ ਸਕਦਾ ਤੁਹਾਡਾ ਜਿਹੜਾ ਹੈਗਾ ਮਿਹਨਤ ਆ ਤੁਹਾਡੀ ਜਿਹੜੀ ਬੇਕਾਰ ਚਲੀ ਜਾਏਗੀ। ਤਾਂ ਤੀਜੇ ਨੰਬਰ ਦੀ ਆਪਾਂ ਗੱਲ ਕਰੀਏ, ਇਹ ਸੂਚੀ ਕਿਸੇ ਵੀ ਪੱਖੋਂ ਚੋਣ ਸੂਚੀ ਨਹੀਂ ਹੈ। ਇਹ ਸੂਚੀ ਤਿਆਰ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਗਈ ਹੈ, ਪਰੰਤੂ ਫਿਰ ਵੀ ਜੇਕਰ ਇਸ ਸੂਚੀ ਵਿੱਚ ਕੋਈ ਤਰੁੱਟੀ ਧਿਆਨ ਵਿੱਚ ਆਉਂਦੀ ਹੈ ਤਾਂ ਇਸ ਵਿੱਚ ਸੋਧ ਕਰਨ ਦਾ ਹੱਕ ਬੋਰਡ ਪਾਸ ਰਾਖਵਾਂ ਹੋਵੇਗਾ। ਫਿਲਹਾਲ ਇਹਨਾਂ ਨੇ ਇੱਥੇ ਇਹ ਗੱਲ ਕਹਿਤੀ, ਪਰ ਫਿਰ ਵੀ ਮੈਂ ਜਿਵੇਂ ਤੁਹਾਨੂੰ ਕਿਹਾ ਤੁਸੀਂ ਆਪਦੇ ਵੱਲੋਂ ਪੂਰੀ ਤਿਆਰੀ ਕਰਕੇ ਜਾਣੀ ਹੈ। ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਨੂੰ ਕੋਈ TA/DA ਨਹੀਂ ਦਿੱਤਾ ਜਾਏਗਾ, ਤੁਹਾਨੂੰ ਕੋਈ ਟਰੈਵਲੈਂਸ ਅਲਾਉੈਂਸ ਵਗੈਰਾ ਨਹੀਂ ਮਿਲੇਗਾ, ਤੁਸੀਂ ਆਪਣੇ ਖਰਚੇ ਤੇ ਉੱਥੇ ਜਾਣਾ ਹੋਵੇਗਾ। ਕਾਉਂਸਲਿੰਗ ਤੇ ਬੁਲਾਏ ਜਾਣ ਜਾਂ ਹਾਜ਼ਰ ਹੋਣ ਨਾਲ ਉਮੀਦਵਾਰ ਸੰਬੰਧਿਤ ਅਸਾਮੀ ਦੀ ਨਿਯੁਕਤੀ ਲਈ ਅਧਿਕਾਰ ਨਹੀਂ ਬਣ ਜਾਂਦਾ। ਜਿੰਨਾ ਚਿਰ ਤੁਸੀਂ ਸਾਰੇ ਮਤਲਬ ਡਾਕੂਮੈਂਟ ਉੱਥੇ ਪ੍ਰੋਡਿਊਸ ਨਹੀਂ ਕਰਦੇ, ਆਪਣਾ ਜੋ ਹੱਕ ਉਹ ਪੋਸਟ ਤੇ ਨਹੀਂ ਦਿਖਾ ਸਕਦੇ, ਉਹਨਾਂ ਚਿਰ ਤੁਹਾਨੂੰ ਇਸ ਲਈ ਯੋਗ ਨਹੀਂ ਸਮਝਿਆ ਜਾਏਗਾ। ਉਸ ਤੋਂ ਬਾਅਦ 6ਵਾਂ ਪੁਆਇੰਟ ਹੈ, ਸੰਬੰਧਿਤ ਉਮੀਦਵਾਰ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇਂ ਐਨੈਕਸਰ A, B, C 29 ਤਿੰਨੇ ਪਰਫਾਰਮੇ ਪੇਸ਼ ਕਰੇਗਾ। ਨੀਚੇ ਤੁਹਾਨੂੰ ਦਿਖਾਣਾ ਨੋਟੀਫਿਕੇਸ਼ਨ ਦੇ ਵਿੱਚ ਤਿੰਨੇ ਪਰਫਾਰਮੇ ਤੁਹਾਨੂੰ ਮਿਲ ਜਾਣਗੇ। ਕਾਉਂਸਲਿੰਗ ਦੌਰਾਨ COVID-19 ਸੰਬੰਧੀ ਐਨੈਕਸਰ D ਤੇ ਦਰਸਾਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਉਮੀਦਵਾਰ ਪਾਬੰਦ ਹੋਏਗਾ। ਇਹਦੇ ਵਿੱਚ ਤੁਹਾਨੂੰ COVID-19 ਦੀਆਂ ਹਦਾਇਤਾਂ ਜੋ ਕਿ ਤੁਸੀਂ ਪਾਲਣ ਜ਼ਰੂਰ ਕਰਨੀਆਂ ਹੈ। ਉਪਰੋਕਤ ਤੋਂ ਇਲਾਵਾ ਮਿਤੀ ਯਾਨੀ ਕਿ ਜੋ ਉਹਨਾਂ ਨੇ ਮਿਤੀ ਡਿਸਾਈਡ ਕੀਤੀ ਆ ਅਤੇ ਸਮੇਂ ਤੇ ਕਾਉਂਸਲਿੰਗ ਲਈ ਬੋਰਡ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਸਮੇਂ ਉਮੀਦਵਾਰ ਹੇਠ ਐਨੈਕਸਰ E ਦਿੱਤਾ ਗਿਆ ਇੱਕ ਅਨੁਸਾਰ ਅਸਲ ਦਸਤਾਵੇਜ਼ ਪੇਸ਼ ਕਰਨਗੇ। ਉਹਦੇ ਵਿੱਚ ਤੁਹਾਨੂੰ ਡਿਟੇਲ 'ਚ ਦੱਸਿਆ ਗਿਆ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਲੈ ਕੇ ਆਉਣੇ। ਚਲੋ ਆਪਾਂ ਹੌਲੀ ਹੌਲੀ ਨੋਟੀਫਿਕੇਸ਼ਨ ਦੇ ਥੱਲੇ ਵੀ ਜਾਂਦੇ ਹਾਂ, ਉੱਥੇ ਤੁਹਾਨੂੰ ਦੱਸਦੇ ਹਾਂ। ਇਹਨਾਂ ਦਸਤਾਵੇਜ਼ ਜਾਂ ਸਰਟੀਫਿਕੇਟਾਂ ਦੀ ਸਵੈ ਤਸਦੀਕਸ਼ੁਦਾ ਫੋਟੋ ਕਾਪੀਆਂ, ਦੇਖੋ ਇਹਨਾਂ ਨੇ ਬੋਲਡ ਕਰਕੇ ਲਿਖਿਆ, ਯਾਨੀ ਕਿ ਤੁਸੀਂ ਉਹਨਾਂ ਦੀਆਂ ਫੋਟੋ ਕਾਪੀਆਂ ਲੈ ਕੇ ਜਾਣੀਆਂ, ਉਹਨਾਂ ਨੂੰ ਤੁਸੀਂ ਸੈਲਫ ਅਟੈਸਟ ਕਰਕੇ ਲੈ ਕੇ ਜਾਣਾ। ਮਤਲਬ ਉਹਨਾਂ ਦੇ ਹਰੇਕ ਫੋਟੋ ਕਾਪੀ ਦੇ ਉੱਪਰ ਤੁਸੀਂ ਆਪਣੇ ਸਿਗਨੇਚਰ ਕਰ ਲੈਣੇ, ਉਸ ਨਾਲ ਉਹ ਸੈਲਫ ਅਟੈਸਟਡ ਹੋ ਜਾਂਦੀਆਂ। ਫਾਈਲ ਕਵਰ ਵਿੱਚ ਟੈਗ ਨਾਲ ਨੱਥੀ ਕਰਕੇ ਪੇਸ਼ ਕਰਨੀਆਂ। ਔਰ ਆ ਬ੍ਰੈਕਟ ਦੇ ਵਿੱਚ ਦੇਖੋ ਕੀ ਲਿਖਿਆ ਆ, ਨਾ ਕਿ ਪਲਾਸਟਿਕ ਦੇ ਫੋਲਡਰ ਵਿੱਚ। ਯਾਨੀ ਕਿ ਕਈ ਬੱਚੇ ਕੀ ਕਰਦੇ ਆ, ਇੱਕ 10 ਰੁਪਏ ਵਾਲਾ ਪਲਾਸਟਿਕ ਦਾ ਕਵਰ ਖਰੀਦਦੇ ਬਾਹਰੋਂ, ਠੀਕ ਆ, ਉਹਦੇ ਵਿੱਚ ਫੋਟੋ ਕਾਪੀਆਂ ਪਾ ਕੇ ਲੈ ਜਾਂਦੇ ਆ। ਇੱਦਾਂ ਨਹੀਂ, ਤੁਸੀਂ ਇੱਕ ਪ੍ਰੋਪਰ ਫਾਈਲ ਕਵਰ ਲੈਣਾ, ਠੀਕ ਆ। ਤੁਹਾਡੀ ਜ਼ਿੰਦਗੀ ਦਾ ਸਵਾਲ ਆ, 40-50 ਰੁਪਏ ਇਨਵੈਸਟ ਕਰਕੇ ਵਧੀਆ ਪਲਾਸਟਿਕ ਕਵਰ ਲਓ, ਉਹਦੇ ਵਿੱਚ ਟੈਗ ਨਾਲ ਨੱਥੀ ਕਰਕੇ ਉੱਥੇ ਲੈ ਜਾਓ। ਉਸ ਤੋਂ ਬਾਅਦ ਆਪਾਂ ਐਨੈਕਸਰ ਦੀ ਗੱਲ ਕਰਦੇ ਹਾਂ। ਐਨੈਕਸਰ A, B, C ਜੋ ਉਹਨਾਂ ਦਿੱਤੇ ਸੀ, ਇੱਥੇ ਹੈਗਾ ਪਹਿਲਾ ਐਨੈਕਸਰ A। ਇੱਥੇ ਤੁਸੀਂ ਆਪਣੀ ਐਨੈਕਸਰ A ਦੇ ਵਿੱਚ ਉਮੀਦਵਾਰ ਨੇ ਆਪਣੀ ਤਾਜ਼ਾ ਫੋਟੋ ਲਗਾਉਣੀ ਹੈ, ਪਾਸਪੋਰਟ ਸਾਈਜ਼ ਔਨ, ਇਹਨੂੰ ਕ੍ਰਾਸ ਸਾਈਨ ਕਰ ਲੈਣਾ ਹੈ। ਮੇਕ ਸ਼ੋਰ ਅੱਧੇ ਸਾਈਨ ਫੋਟੋ ਦੇ ਥੱਲੇ ਅੱਧੇ ਉੱਪਰ ਹੋਣੇ ਚਾਹੀਦੇ ਆ। ਇਹ ਇਸ਼ਤਿਹਾਰ ਜਿਹੜਾ ਹੈਗਾ ਇੱਥੇ ਦੱਸਿਆ ਗਿਆ 12/2021 ਦਾ ਇਸ਼ਤਿਹਾਰ ਸੀਗਾ, ਜੂਨੀਅਰ ਡਰਾਫਟਸਮੈਨ ਸਿਵਲ ਮਕੈਨੀਕਲ ਤੇ ਆਰਕੀਟੈਕਚਰ ਵਾਸਤੇ। ਕਾਉਂਸਲਿੰਗ ਦੀ ਮਿਤੀ ਤੁਸੀਂ ਇੱਥੇ ਜਿਸ ਮਿਤੀ ਲਈ ਤੁਹਾਨੂੰ ਸੱਦਿਆ ਗਿਆ, ਫੋਰ ਐਗਜ਼ਾਮਪਲ ਅਗਰ 8 ਨੂੰ ਸੱਦਿਆ ਤੁਸੀਂ 8, 9 ਨੂੰ ਸੱਦਿਆ 9, ਇੱਥੇ ਤੁਸੀਂ ਮੈਂਸ਼ਨ ਕਰਨੀ ਹੈਗੀ ਆ। ਅਪਲਾਈ ਕੀਤੀ ਗਈ ਅਸਾਮੀ ਦਾ ਨਾਮ, ਤੁਸੀਂ ਜਿਸ ਅਸਾਮੀ ਲਈ ਉੱਥੇ ਕੁਆਲੀਫਾਈ ਕੀਤਾ, ਉੱਥੇ ਗਏ ਹੋ ਕਾਉਂਸਲਿੰਗ ਲਈ, ਤੁਸੀਂ ਇੱਥੇ ਉਸ ਅਸਾਮੀ ਦਾ ਨਾਮ ਪਾਉਣਾ। ਫੋਰ ਐਗਜ਼ਾਮਪਲ ਅਗਰ ਤੁਸੀਂ ਜੂਨੀਅਰ ਡਰਾਫਟਸਮੈਨ ਸਿਵਲ 'ਚ ਗਏ ਹੋ ਤਾਂ ਇੱਥੇ ਲਿਖਣਾ ਤੁਸੀਂ ਜੂਨੀਅਰ ਡਰਾਫਟਸਮੈਨ ਸਿਵਲ। ਤੁਹਾਡਾ ਐਪਲੀਕੇਸ਼ਨ ਨੰਬਰ ਕੀ ਸੀਗਾ, ਤੁਹਾਡਾ ਰੋਲ ਨੰਬਰ ਜਦੋਂ ਤੁਸੀਂ ਪੇਪਰ ਦਿੱਤਾ ਹੋਣਾ ਐਡਮਿਟ ਕਾਰਡ, ਤੁਹਾਡਾ ਰੋਲ ਨੰਬਰ ਕੀ ਸੀ, ਅਪਲਾਈ ਕੀਤੀ ਗਈ ਕੈਟੇਗਰੀ ਤੁਹਾਡੀ ਕਿਹੜੀ ਸੀ, ਉਹ ਕੈਟੇਗਰੀ ਦਾ ਕੋਡ ਕੀ ਸੀ। ਫੋਰ ਐਗਜ਼ਾਮਪਲ ਅਗਰ ਤੁਸੀਂ ਜਨਰਲ ਕੈਟੇਗਰੀ ਹੋ, ਤੁਹਾਡਾ ਕੈਟੇਗਰੀ 101 ਇੱਥੇ ਮੈਂਸ਼ਨ ਕਰਨਾ ਹੋਏਗਾ 4th ਨੰਬਰ ਦੇ ਵਿੱਚ। ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕ, ਤੁਸੀਂ ਜੋ ਟੈਸਟ ਦਿੱਤਾ ਆਪਣਾ ਪਹਿਲਾਂ ਤੁਹਾਡਾ ਜਿਹੜਾ ਕੁਆਲੀਫਾਈਂਗ ਟੈਸਟ ਹੋਇਆ ਸੀ, ਉਸ ਦੇ ਵਿੱਚ ਤੁਹਾਨੂੰ ਕਿੰਨੇ ਮਾਰਕਸ ਆਏ ਤੁਸੀਂ ਇੱਥੇ ਮੈਂਸ਼ਨ ਕਰਨੇ ਹੋਣਗੇ। ਉਸ ਤੋਂ ਬਾਅਦ ਤੁਹਾਡਾ ਡਰਾਇੰਗ ਸਕਿੱਲ ਆਟੋਕੈਡ ਦਾ ਵੀ ਟੈਸਟ ਹੋਇਆ, ਉਸ ਦੇ ਵਿੱਚ ਤੁਹਾਨੂੰ ਕਿੰਨੇ ਅੰਕ ਪ੍ਰਾਪਤ ਹੋਏ ਇੱਥੇ ਤੁਸੀਂ ਮੈਂਸ਼ਨ ਕਰਨੇ ਹੋਣਗੇ। ਉਸ ਤੋਂ ਬਾਅਦ ਉਮੀਦਵਾਰ ਦਾ ਨਾਮ, ਤੁਸੀਂ ਆਪਣਾ ਇੱਥੇ ਨਾਮ ਕਲੀਅਰਲੀ ਮੈਂਸ਼ਨ ਕਰਨਾ ਹੋ। ਜੇ ਅਗਰ ਤੁਸੀਂ ਇੰਗਲਿਸ਼ 'ਚ ਲਿਖ ਰਹੇ ਹੋ ਤਾਂ ਕੋਸ਼ਿਸ਼ ਕਰਿਓ ਕੈਪੀਟਲ ਲੈਟਰਸ ਦੇ ਵਿੱਚ ਆਪਣਾ ਨਾਮ ਲਿਖਣਾ ਹੈਗਾ, ਕਿਸੇ ਤਰ੍ਹਾਂ ਦੀ ਕੋਈ ਮਿਸਟੇਕ ਜਿਹੜੀ ਹੈਗੀ ਉਹ ਨਹੀਂ ਕਰਨੀ। ਨੈਕਸਟ ਤੁਹਾਡੇ ਪਿਤਾ ਦਾ ਨਾਮ ਤੁਸੀਂ ਕੈਪੀਟਲ ਲੈਟਰਸ ਦੇ ਵਿੱਚ ਹੀ ਲਿਖੋ ਤਾਂ ਕਿ ਉਹਨਾਂ ਨੂੰ ਪੜ੍ਹਨ ਦੇ ਵਿੱਚ ਆਸਾਨੀ ਰਹੇ। ਜਨਮ ਮਿਤੀ ਤੁਸੀਂ ਇੱਥੇ ਆਪਣੀ ਲਿਖਣੀ ਹੈ, ਇੱਥੇ ਤੁਹਾਨੂੰ ਫਾਰਮੈਟ ਦੇ ਦਿੱਤਾ ਗਿਆ ਹੈ। ਪਹਿਲਾਂ ਤੁਸੀਂ ਤਾਰੀਖ ਲਿਖਣੀ ਆ, ਫਿਰ ਤੁਸੀਂ ਮੰਥ, ਫਿਰ ਤੁਸੀਂ ਸਾਲ ਲਿਖਣਾ ਹੈਗਾ। ਉਸ ਤੋਂ ਬਾਅਦ ਇੱਥੇ ਤੁਸੀਂ ਦੇਖੋ ਸਾਲ, ਮਹੀਨਾ ਅਤੇ ਦਿਨ ਇੱਥੇ ਤੁਸੀਂ ਆਪਣੇ ਮੈਂਸ਼ਨ ਕਰਨੇ ਹੈਗੇ ਆ। ਕੀ 10ਵੀਂ ਪੱਧਰ ਤੇ ਪੰਜਾਬੀ ਪਾਸ ਕੀਤੀ ਹੈ, ਤੁਸੀਂ ਇੱਥੇ ਹਾਂ ਹੀ ਲਿਖਣਾ ਹੈਗਾ ਕਿਉਂਕਿ ਤੁਸੀਂ ਕੁਆਲੀਫਾਈ ਤਾਂ ਕਰੋਗੇ ਅਗਰ ਤੁਸੀਂ ਪੰਜਾਬੀ ਕੀਤੀ ਹੈ। ਕੀ ਤੁਸੀਂ
ਵਿਮੁਕਤ ਜਾਤੀ ਨਾਲ ਸੰਬੰਧ ਰੱਖਦੇ ਹੋ, ਅਗਰ ਰੱਖਦੇ ਹੋ ਤਾਂ ਹਾਂ, ਜੇ ਨਹੀਂ ਰੱਖਦੇ ਤਾਂ ਨਾ ਲਿਖ ਦਿਓ। ਜੇ ਰਿਹਾਇਸ਼ੀ ਪਤਾ ਆਪਣਾ ਇੱਥੇ ਪ੍ਰੋਪਰ ਐਡਰੈਸ ਜਿਹੜਾ ਤੁਸੀਂ ਲਿਖਣਾ ਹੈਗਾ, ਇਨ ਕੇਸ ਤੁਹਾਨੂੰ ਕਿਸੇ ਤਰ੍ਹਾਂ ਦੀ ਕਿਸੇ ਚਿੱਠੀ ਵਗੈਰਾ ਆਉਂਦੀ ਹੈ ਤਾਂ ਉਸ ਐਡਰੈਸ 'ਤੇ ਤੁਹਾਡੇ ਨਾਲ ਕੰਟੈਕਟ ਕੀਤਾ ਜਾਏਗਾ। ਤੁਸੀਂ ਐਟਲੀਸਟ ਆਪਣੇ 2 ਮੋਬਾਈਲ ਨੰਬਰ, ਇੱਕ ਮੇਨ ਇੱਕ ਅਲਟਰਨੇਟਿਵ ਮੋਬਾਈਲ ਨੰਬਰ ਇੱਥੇ ਦੇਣਾ ਹੋਏਗਾ। ਉਸ ਤੋਂ ਬਾਅਦ ਤੁਸੀਂ ਆਪਣੀ ਜਿੰਨੀ ਵੀ ਵਿੱਦਿਅਕ ਯੋਗਤਾ 10ਵੀਂ ਦੇ ਵਿੱਚੋਂ ਤੁਸੀਂ ਕਿਸ ਬੋਰਡ ਤੋਂ ਕੀਤੀ ਹੈ, ਕਿਹੜੇ ਸਾਲ 'ਚ ਕੁੱਲ ਅੰਕ ਕਿੰਨੇ ਸੀ, ਪ੍ਰਾਪਤ ਅੰਕ ਕਿੰਨੇ ਸੀ, ਇਹਨੂੰ ਧਿਆਨ ਨਾਲ ਦੇਖਣਾ ਕਾਲਮ ਨੂੰ, ਕਿਉਂਕਿ ਕਈ ਵਾਰੀ ਇਹ ਕਾਲਮ ਉਲਟ ਦਿੱਤਾ ਹੁੰਦਾ। ਦੇਖੋ ਇਹ ਉਲਟ ਹੈ, ਤੁਸੀਂ ਆਪਣੇ ਮੈਕਸਿਮਮ ਨੰਬਰ ਪਹਿਲਾਂ ਲਿਖਣੇ ਆ ਔਰ ਅਬਟੇਨਡ ਨੰਬਰ ਬਾਅਦ 'ਚ ਲਿਖਣੇ ਆ, ਔਰ ਪਰਸੈਂਟੇਜ ਕਿੰਨੀ ਆ ਉਹ ਤੁਸੀਂ ਇੱਥੇ ਲਿਖਣੀ ਆ, ਠੀਕ ਆ। ਅਗਰ ਤੁਹਾਡੇ ਕੋਲ ਤੁਹਾਡਾ ਐਕਨੋਲਜਮੈਂਟ ਹੋਇਆ ਤਾਂ ਐਕਨੋਲਜਮੈਂਟ 'ਤੇ ਇਹ ਚੀਜ਼ ਜਿਹੜੀ ਅਬਟੇਨਡ ਨੰਬਰ ਆ ਉਹ ਅੱਗੇ ਲਿਖੇ ਹੋਣਗੇ। ਤੁਸੀਂ ਉਹਨੂੰ ਕਾਪੀ ਕਰਦੇ ਸਮੇਂ ਕਿਤੇ ਇਹ ਵਾਲਾ ਫਾਰਮ ਗਲਤ ਨਾ ਫਿਲ ਕਰ ਦਿਓ ਜੀ, ਠੀਕ ਆ। ਸੇਮ ਤੁਸੀਂ 10ਵੀਂ 12ਵੀਂ ITI ਡਿਪਲੋਮਾ ਇੱਥੇ ਧਿਆਨ ਨਾਲ ਪੜ੍ਹ ਲੈਣਾ। ਉਸ ਤੋਂ ਬਾਅਦ ਨੀਚੇ ਦੇਖੋ ਤੁਹਾਡੇ ਕੋਲ ਕੋਈ ਕੰਪਿਊਟਰ ਕੋਰਸ ਹੋਏਗਾ, ਕਿੱਥੇ ਕਿਹੜੇ ਇੰਸਟੀਟਿਊਟ ਤੋਂ ਕੀਤਾ, ਕਿਹੜੇ ਸਾਲ 'ਚ ਕੀਤਾ, ਸੇਮ ਉਹਦੇ ਵਿੱਚ ਲਿਖਣਾ। ਅਗਰ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਅਪ੍ਰੈਂਟਿਸਸ਼ਿਪ ਹੈਗੀ ਆ ਤਾਂ ਇੱਥੇ ਉਸ ਬਾਰੇ ਵੀ ਜ਼ਰੂਰ ਦੱਸੋਗੇ। ਇਹ ਇੱਕ ਤਰ੍ਹਾਂ ਦਾ ਡੈਕਲੇਰੇਸ਼ਨ ਆ, ਤੁਸੀਂ ਇਹਨੂੰ ਧਿਆਨ ਨਾਲ ਪੜ੍ਹ ਕੇ ਇੱਥੇ ਆਪਣੇ ਜੋ ਸਿਗਨੇਚਰ ਹੈ ਉਹ ਕਰ ਲੈਣੇ ਹਨ। ਇਹ ਵਾਲਾ ਜੋ 1 2 3 ਇਹ ਵਾਲੇ ਪੁਆਇੰਟ ਹਨ, ਇਹ ਤੁਸੀਂ ਦਫ਼ਤਰੀ ਵਰਤੋਂ ਵਾਸਤੇ ਆ, ਇਹਦੇ ਵਿੱਚ ਤੁਸੀਂ ਕੁਝ ਵੀ ਨਹੀਂ ਲਿਖਣਾ, ਇਹਨੂੰ ਤੁਸੀਂ ਖਾਲੀ ਛੱਡ ਦੇਣਾ ਹੈ। ਦੂਜੇ ਨੰਬਰ 'ਤੇ ਆਪਣੇ ਕੋਲੇ ਆ ਚੁੱਕਿਆ ਹੈ ਐਨੈਕਸਚਰ B, ਵਿੱਦਿਅਕ ਯੋਗਤਾ ਸੰਬੰਧੀ ਸਵੈ ਘੋਸ਼ਣਾ ਪੱਤਰ, ਇੱਕ ਤਰ੍ਹਾਂ ਦਾ ਤਸਦੀਕ ਪੱਤਰ ਹੈ। ਇਸ ਦੇ ਵਿੱਚ ਤੁਸੀਂ ਆਪਣਾ ਨਾਮ, ਜੈਸੇ ਮੈਂ ਮਨਪ੍ਰੀਤ ਸਿੰਘ ਜਿੱਦਾਂ ਇੱਦਾਂ ਕਰਕੇ ਲਿਖ ਦੇਣਾ, ਆਪਣਾ ਨਾਮ, ਆਪਣੇ ਪਿਤਾ ਦਾ ਨਾਮ, ਆਪਣਾ ਫੁੱਲ ਐਡਰੈਸ, ਤੁਹਾਡਾ ਰੋਲ ਨੰਬਰ, ਠੀਕ ਹੈ। ਅਧੀਨ ਡੈਸ਼ ਦੀ ਅਸਾਮੀ ਲਈ ਅਪਲਾਈ ਕੀਤਾ ਸੀਗਾ, ਇੱਥੇ ਤੁਸੀਂ ਅਸਾਮੀ ਦਾ ਨਾਮ ਦੇ ਲਿਓ। ਉਸ ਤੋਂ ਬਾਅਦ ਇੱਥੇ ਤੁਸੀਂ ਫਿਰ ਆਪਣੀ ਵਿੱਦਿਅਕ ਯੋਗਤਾ ਜਿਹੜੀ ਹੈਗੀ ਆ ਉਸ ਬਾਰੇ ਦੱਸੋਗੇ। ਯੂਨੀਵਰਸਿਟੀ ਬੋਰਡ ਕਦੋਂ ਪਾਸ ਕੀਤੀ ਹੈ, ਰੈਗੂਲਰ ਸੀ ਜਾਂ ਪ੍ਰਾਈਵੇਟ ਸੀ, ਇੱਥੇ ਲਿਖੋਗੇ। ਸੰਸਥਾ ਦਾ ਨਾਮ, ਸਕੂਲ ਦਾ ਨਾਮ, ਇੱਥੇ ਕਾਲਮ ਅਗਰ ਛੋਟਾ ਪਿਆ ਤਾਂ ਤੁਸੀਂ ਸ਼ਾਰਟ ਯੂਜ਼ ਕਰ ਸਕਦੇ ਹੋ, ਛੋਟੇ ਅੱਖਰ। ਯੂਨੀਵਰਸਿਟੀ ਸਟੱਡੀ ਸੰਸਥਾ ਨਾਮ ਅਤੇ ਪਤਾ ਜਿੱਥੇ ਲੈਕਚਰ ਲਗਾਏ ਗਏ, ਇੱਥੇ ਕੰਪਲੀਟ ਡਿਟੇਲ ਦੇਣੀ ਹੈ। ਪ੍ਰੀਖਿਆ ਕੇਂਦਰ ਦਾ ਨਾਮ ਇਹ ਤੁਹਾਡਾ ਕਲੀਅਰਲੀ ਮੈਂਸ਼ਨ ਕਰਨਾ ਇੱਥੇ, ਕਿਉਂਕਿ ਇਹ ਡਾਕੂਮੈਂਟ ਵੈਰੀਫਾਈ ਹੋਣੇ ਬਾਅਦ ਦੇ ਵਿੱਚ। ਪ੍ਰੀਖਿਆ ਕੇਂਦਰ ਦਾ ਨਾਮ ਲਿਖਣਾ, ਸੈਸ਼ਨ ਦੌਰਾਨ ਰਿਹਾਇਸ਼ ਦਾ ਪੂਰਵਾ ਵੇਰਵਾ, ਵੀ ਉਹ ਸੈਸ਼ਨ ਦਾ ਜਦੋਂ ਤੁਸੀਂ ਚੱਲ ਰਿਹਾ ਸੀ ਤੁਸੀਂ ਉਦੋਂ ਕਿੱਥੇ ਰਹਿ ਰਹੇ ਸੀ, ਕਿਉਂਕਿ ਇਸ ਤੋਂ ਬਾਅਦ ਇਹ ਸਾਰਾ ਤੁਹਾਡਾ ਵੇਰਵਾ ਵੈਰੀਫਾਈ ਕੀਤਾ ਜਾਏਗਾ, ਫਿਰ ਹੀ ਤੁਹਾਨੂੰ ਕਾਲਿੰਗ ਲੈਟਰ ਦਿੱਤੇ ਜਾਣਗੇ। ਫਿਰ ਕਿੰਨੇ ਤੁਹਾਡੇ ਜਿਹੜੇ ਸੀਗੇ ਪ੍ਰਾਪਤ ਅੰਕ, ਕੁੱਲ ਅੰਕ ਕਿੰਨੀ ਪ੍ਰਤੀਸ਼ਤ, ਸਾਰੀ ਤੁਸੀਂ ਬਾਕਸ ਦੇ ਵਿੱਚ ਦਿਖਾਉਣੀ ਆ। ਇਹ ਸੇਮ 12ਵੀਂ ITI ਡਿਪਲੋਮਾ ਡਿਗਰੀ ਜੋ ਤੁਸੀਂ ਕੀਤਾ ਸਾਰਿਆਂ ਲਈ ਇੱਥੇ ਦਿਖਾਉਣੀ ਆ। ਉਸ ਤੋਂ ਬਾਅਦ ਵਿੱਦਿਅਕ ਯੋਗਤਾ ਇੱਥੇ ਦੱਸਣਾ ITI ਦੌਰਾਨ ਪੜ੍ਹੇ ਗਏ ਵਿਸ਼ੇ, ਠੀਕ ਹੈ। ਪੜ੍ਹਾਉਣ ਵਾਲੇ ਅਧਿਆਪਕ ਦਾ ਨਾਮ, ਜਿੱਥੇ ਕਲਾਸ ਲੈਕਚਰ ਲਗਾਏ ਗਏ ਸੀਗੇ, ਉਹ ਸਾਰੇ ਡਿਟੇਲ ਇੱਥੇ ਤੁਸੀਂ ਮੈਂਸ਼ਨ ਕਰਨੀ ਆ। ਇੱਥੇ ਤੁਸੀਂ ਆਪਣੇ ਸਾਈਨ ਕਰਨੇ ਹਨ। ਉਸ ਤੋਂ ਅੱਗੇ ਐਨੈਕਸਚਰ C ਆ ਜਾਂਦਾ ਹੈ। ਐਨੈਕਸਚਰ C ਦੇ ਵਿੱਚ ਆਪਾਂ ਅਗਰ ਗੱਲ ਕਰੀਏ ਤਾਂ ਇੱਥੇ ਤੁਸੀਂ ਅਸਾਮੀ ਦਾ ਨਾਮ, ਇੱਥੇ ਡੇਟ ਮੈਂਸ਼ਨ ਕਰ ਦੇਣੀ ਹੈ ਜਿਸ ਡੇਟ 'ਤੇ ਤੁਹਾਡੀ ਕਾਉਂਸਲਿੰਗ ਹੋਏਗੀ। ਉਸ ਤੋਂ ਬਾਅਦ ਅਪਲਾਈ ਕੀਤੀ ਗਈ ਕੈਟੇਗਰੀ, ਉਸ ਦਾ ਕੋਡ ਵੀ ਲਿਖਣਾ ਹੈ। ਸਭ ਤੋਂ ਪਹਿਲਾਂ ਜਿਵੇਂ ਕੈਟੇਗਰੀ M&B, SC M&B, ਇੱਥੇ ਤੁਸੀਂ 103 ਦਾ ਕੋਡ ਮੈਂਸ਼ਨ ਕਰ ਦੋਗੇ। ਰੋਲ ਨੰਬਰ, ਐਪਲੀਕੇਸ਼ਨ ਨੰਬਰ ਲਿਖ ਦੇਣਾ ਹੈ। ਉਮੀਦਵਾਰ ਦਾ ਨਾਮ ਤੇ ਪਿਤਾ ਦਾ ਨਾਮ। ਫਿਰ ਇੱਥੇ 6 ਨੰਬਰ 'ਤੇ ਲਿਖਤੀ ਪ੍ਰੀਖਿਆ ਜਿਹੜੀ ਤੁਹਾਡੀ ਹੋਈ ਸੀ ਉਸ ਤੋਂ ਪ੍ਰਾਪਤ ਅੰਕ, ਅਤੇ ਜੋ ਡਰਾਇੰਗ AutoCAD ਦਾ ਪੇਪਰ ਹੋਇਆ ਸੀ ਉਸ ਦਾ ਤੁਸੀਂ ਇੱਥੇ ਪ੍ਰਾਪਤ ਅੰਕ ਲਿਖੋਗੇ। ਔਰ ਉਸ ਤੋਂ ਥੱਲੇ ਜੋ ਆ ਗਿਆ ਉਹ ਦਫ਼ਤਰੀ ਵਰਤੋਂ ਵਾਸਤੇ ਆ, ਜਿੱਦਾਂ ਮਿਤੀ 1/1/2022 ਤੁਹਾਡੀ ਉਮਰ ਹੈ, ਜਾਂ ਜੋ ਵੀ ਆਹ ਵਾਲਾ ਕਾਲਮ ਦਫ਼ਤਰੀ ਯੋਗ ਵਾਸਤੇ ਹੈ। ਕਮੇਟੀ ਮੈਂਬਰਾਂ ਵੱਲੋਂ ਟਿੱਪਣੀ ਜੇਕਰ ਹੋਈ ਹੈ ਤਾਂ ਉਹ ਇੱਥੇ ਕਮੇਟੀ ਮੈਂਬਰ ਲਿਖਣਗੇ, ਠੀਕ ਹੈ। ਇਹ ਤੁਸੀਂ ਨਹੀਂ ਲਿਖਣਾ ਹੈ। ਐਨੈਕਸਚਰ D ਇਹ ਹੈ COVID-19 ਮਹਾਮਾਰੀ ਤੋਂ ਬਚਾਅ ਸੰਬੰਧੀ ਉਮੀਦਵਾਰਾਂ ਲਈ ਜ਼ਰੂਰੀ ਹਦਾਇਤਾਂ, ਜਿਨ੍ਹਾਂ ਇਹ ਜਿਹੜੀਆਂ ਹਦਾਇਤਾਂ ਤੁਸੀਂ ਫੋਲੋ ਕਰਨੀਆਂ। ਸਭ ਤੋਂ ਮੇਨ ਐਨੈਕਸਚਰ E, ਇੱਥੇ ਤੁਹਾਨੂੰ ਦੱਸ ਦਿੰਦੇ ਆ, ਉਮੀਦਵਾਰ ਵੈਬਸਾਈਟ 'ਤੇ ਦਰਸਾਏ ਸ਼ਡਿਊਲ ਅਨੁਸਾਰ ਮਿਤੀ ਯਾਨੀ ਕਿ ਡਿਸਾਈਡ ਕੀਤੀ ਮਿਤੀ ਤੇ ਸਮੇਂ ਤੇ ਕਾਉਂਸਲਿੰਗ ਲਈ ਬੋਰਡ ਦੇ ਦਫ਼ਤਰ ਵਿੱਚ ਹਾਜ਼ਰ ਹੋਣ। ਹੇਠ ਲਿਖੇ ਦਸਤਾਵੇਜ਼ ਸਰਟੀਫਿਕੇਟ ਤਰਤੀਬ ਅਨੁਸਾਰ, ਦੇਖੋ ਇਹਨਾਂ ਨੇ ਵੱਡੇ ਵੱਡੇ ਬੋਲਡ ਕਰਕੇ ਲਿਖਿਆ, ਇਹਦਾ ਮਤਲਬ ਇਹ ਆ ਤੁਸੀਂ ਕ੍ਰੋਨੋਲੋਜੀਕਲੀ ਮੈਥਡ ਯਾਨੀ ਕਿ ਪਹਿਲਾਂ ਕੀ ਲਾਉਣਾ ਫਿਰ ਕੀ ਲਾਉਣਾ, ਤੇ ਇੱਦਾਂ ਤੁਸੀਂ ਇੱਕ ਲਿਸਟ ਵਾਈਜ਼ ਲਾਉਣਾ। ਇਸ ਦੀਆਂ ਤੁਸੀਂ ਸਵੈ ਤਸਦੀਕਸ਼ੁਦਾ ਫੋਟੋ ਕਾਪੀਆਂ ਯਾਨੀ ਕਿ ਸੈਲਫ ਅਟੈਸਟਡ ਫੋਟੋ ਕਾਪੀਆਂ ਲਾਉਣੀਆਂ। ਤੁਸੀਂ ਸਭ ਤੋਂ ਪਹਿਲਾਂ ਕੀ ਲਾਉਣਾ ਹੈਗਾ, ਠੀਕ ਹੈ। ਇਹ 3 ਪਰਫੋਰਮੇ ਤੁਸੀਂ ਤਰਤੀਬਵਾਰ ਲਾਉਣੇ, ਪਹਿਲਾਂ A ਲਾਓਗੇ, ਫਿਰ B ਲਾਓਗੇ, ਫਿਰ C ਲਾਓਗੇ ਭਰਿਆ ਹੋਇਆ, ਠੀਕ ਹੈ। ਉਸ ਪਰਫੋਰਮੇ ਉੱਪਰ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਚਿਪਕਾ ਕੇ ਪੇਸ਼ ਕਰੋਗੇ, ਜਿਹੜੀ ਕਿ ਸੈਲਫ ਅਟੈਸਟਡ ਵੀ ਕਰੋਗੇ ਤੁਸੀਂ ਉਹਨੂੰ ਕ੍ਰੋਸ ਸਾਈਨ ਕਰਕੇ। ਉਸ ਤੋਂ ਬਾਅਦ ਤੁਸੀਂ ਫਾਰਮ ਭਰਿਆ, ਉਸ ਦੀ ਤੁਹਾਨੂੰ ਐਪਲੀਕੇਸ਼ਨ ਫਾਰਮ ਡਾਊਨਲੋਡ ਹੋਇਆ ਸੀ ਜਿਹਨੂੰ ਆਪਾਂ ਐਕਨੋਲਜਮੈਂਟ ਕਾਪੀ ਕਹਿ ਦਿੰਦੇ ਹਾਂ, ਉਹ ਫਾਰਮ ਉਸ ਤੋਂ ਬਾਅਦ ਤੁਸੀਂ ਲਾਓਗੇ ਐਨੈਕਸਚਰ C ਤੋਂ ਬਾਅਦ। ਉਸ ਤੋਂ ਬਾਅਦ ਜਨਮ ਮਿਤੀ, 10ਵੀਂ ਪੱਧਰ 'ਤੇ ਤੁਸੀਂ ਪੰਜਾਬੀ ਪੜ੍ਹੀ ਕਿ ਨਹੀਂ ਪੜ੍ਹੀ, ਉਹ ਸਬੂਤ ਵਜੋਂ ਤੁਸੀਂ ਆਪਣਾ 10ਵੀਂ ਦਾ DMC ਲਾ ਦੋਗੇ ਨਾਲ, ਠੀਕ ਹੈ। 10ਵੀਂ ਤੋਂ ਬਾਅਦ ਤੁਸੀਂ 12ਵੀਂ ਦਾ DMC ਲਾਓਗੇ।
ਉਸ ਤੋਂ ਬਾਅਦ 5ਵੇਂ ਨੰਬਰ ਤੇ ਤੁਸੀਂ ITI ਕੋਰਸ ਜੇ ਅਗਰ ਕੀਤਾ ਹੈ, ਠੀਕ ਹੈ, ਤਾਂ ਤੁਸੀਂ ਕੋਰਸ ਨਾਲ ਸੰਬੰਧਿਤ ਜਿੰਨੇ ਸਰਟੀਫਿਕੇਟ ਤੁਹਾਡੇ ਹੈਗੇ, ਜਿਵੇਂ ITI ਦਾ ਸਰਟੀਫਿਕੇਟ, ਉਹਦੀ ਡਿਟੇਲ ਮਾਰਕਸ਼ੀਟ ਜਿਹੜੀ ਨਿਕਲਦੀ ਆ, ਠੀਕ ਆ, ਉਹ ਤੁਸੀਂ ਇੱਥੇ ਲਾਓਗੇ। ਫਿਰ ਅਗਰ ਤੁਸੀਂ ਅਪ੍ਰੈਂਟਿਸਸ਼ਿਪ ਕਰ ਰੱਖੀ ਹੈ, 6 ਨੰਬਰ ਤੇ ਤੁਸੀਂ ਆਪਣੇ ਅਪ੍ਰੈਂਟਿਸਸ਼ਿਪ ਦੀ ਡਿਟੇਲਸ ਦਿਓਗੇ। ਜਿਨ੍ਹਾਂ ਬੱਚਿਆਂ ਨੇ 3 ਸਾਲ ਦਾ ਡਿਪਲੋਮਾ ਕੀਤਾ ਤਾਂ ਉਹ ਆਪਣਾ ਡਿਪਲੋਮਾ ਸਰਟੀਫਿਕੇਟ ਸਮੇਤ DMC ਨਾਲ ਲਗਾਉਣਗੇ। ਜਿੱਦਾਂ ਤੁਹਾਡੇ ਡਿਪਲੋਮਾ ਕੀਤਾ ਉਹਦਾ ਇੱਕ ਤੁਹਾਨੂੰ ਡਿਪਲੋਮਾ ਸਰਟੀਫਿਕੇਟ ਮਿਲਦਾ, ਪਲੱਸ ਤੁਹਾਨੂੰ ਡਿਟੇਲ ਮਾਰਕਸ਼ੀਟ ਮਿਲਦੀਆਂ ਹਨ, ਉਹ ਤੁਸੀਂ ਇਹਦੇ ਨਾਲ ਲਾਓਗੇ। ਸੇਮ 8ਵੇਂ ਨੰਬਰ ਤੇ ਆਪਾਂ ਗ੍ਰੈਜੂਏਸ਼ਨ ਦੇ ਸਰਟੀਫਿਕੇਟ ਲਾਵਾਂਗੇ, ਉਹਨਾਂ ਦੇ ਵੀ DMC ਆਪਾਂ ਨਾਲ ਲਗਾਉਣੇ ਹੈਗੇ। ਪਹਿਲਾਂ ਤੁਸੀਂ ਡਿਗਰੀ ਮੇਨ ਲਗਾ ਦੇਣੀ ਆ, ਉਸ ਤੋਂ ਬਾਅਦ ਤੁਹਾਡੇ ਜਿਹੜੇ DMC ਹੈਗੇ ਆ ਉਹ ਨਾਲ ਲਗਾ ਦਿਓ ਜੇ। ਇੱਕ ਤੁਹਾਨੂੰ ਟਰਾਂਸਕ੍ਰਿਪਟ ਮਿਲ ਜਾਂਦੀ ਜਿਹਦੇ 'ਚ ਸਾਰਿਆਂ ਦਾ ਹੀ ਹੁੰਦਾ ਡਿਟੇਲ, ਉਹ ਲਾ ਦਿਓ ਜੇ। ਪਰ ਮੇਕ ਸ਼ੋਰ ਤੁਸੀਂ ਅਗਰ ਸਮੈਸਟਰ ਵਾਈਜ਼ ਤੁਹਾਡੇ ਕੋਲ ਸਰਟੀਫਿਕੇਟ ਹੈਗੇ ਤਾਂ ਤੁਸੀਂ ਉਹ ਵੀ ਜ਼ਰੂਰ ਨਾਲ ਲਗਾਓ ਜੇ। ਕੰਪਿਊਟਰ ਕੋਰਸ ਇਨ AutoCAD ਦਾ ਸਰਟੀਫਿਕੇਟ 9th ਨੰਬਰ ਤੇ ਤੁਸੀਂ ਆਪਣਾ ਜਿਹੜਾ ਹੈਗਾ ਕੰਪਿਊਟਰ ਕੋਰਸ, 9th ਨੰਬਰ ਦਾ ਮਤਲਬ 9th ਪੁਆਇੰਟ ਆ। ਅਗਰ ਤੁਹਾਡੇ ਸਰਟੀਫਿਕੇਟ ਜ਼ਿਆਦਾ ਬਣ ਜਾਂਦੇ, ਹੋ ਸਕਦਾ ਉਹ ਤੁਸੀਂ ਇਦਾਂ ਨਾ ਕਹੋ ਜੀ ਵੀ 9th ਨੰਬਰ ਤੇ ਤਾਂ AutoCAD ਕਿਹਾ ਸੀਗਾ, ਨਹੀਂ। ਉਸ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਆਪਣੀ ਕੰਪਿਊਟਰ ਕੋਰਸ, ਜਿਵੇਂ ਕਿ AutoCAD ਦਾ ਜਿਸ ਵੀ ਇੰਸਟੀਟਿਊਟ ਤੋਂ ਤੁਸੀਂ ਕੋਰਸ ਕੀਤਾ ਹੋਏਗਾ, ਡੈਫੀਨੇਟਲੀ ਉਹਨਾਂ ਨੇ ਤੁਹਾਨੂੰ ਇੱਕ ਸਰਟੀਫਿਕੇਟ ਦਿੱਤਾ, ਉਹ ਤੁਸੀਂ AutoCAD ਦਾ ਸਰਟੀਫਿਕੇਟ ਇੱਥੇ ਨਾਲ ਲਾਉਣਾ। ਉਸ ਤੋਂ ਬਾਅਦ ਤੁਸੀਂ ਜਿਸ ਸ਼੍ਰੇਣੀ ਲਈ ਅਪਲਾਈ ਕੀਤਾ, ਫੋਰ ਐਗਜ਼ਾਮਪਲ ਅਗਰ ਤੁਸੀਂ SC, M&B, RO ਜਾਂ ਫਿਰ ਇਕਨੋਮਿਕਲੀ ਵੀਕਰ ਜਾਂ OBC ਹੈਂਡੀਕੈਪਡ ਸਰਟੀਫਿਕੇਟ, ਜੋ ਵੀ ਤੁਸੀਂ ਆਪਣਾ ਰਿਜ਼ਰਵੇਸ਼ਨ ਕਲੇਮ ਕਰਨ ਲਈ ਸਰਟੀਫਿਕੇਟ ਲਾਉਣਾ, ਉਸ ਤੋਂ ਬਾਅਦ ਇਹ ਲਾ ਦੇਣਾ ਹੈਗਾ। ਅਗਰ ਆਪਾਂ ਇਸ 11th ਪੁਆਇੰਟ ਦੀ ਗੱਲ ਕਰੀਏ, ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਉਮੀਦਵਾਰਾਂ ਵੱਲੋਂ ਭਲਾਈ ਵਿਭਾਗ ਦੀਆਂ ਜਾਰੀ ਹਦਾਇਤਾਂ ਅਨੁਸਾਰ ਕ੍ਰੀਮੀ ਲੇਅਰ ਲਈ ਆਮਦਨ ਆਦਿ ਸੰਬੰਧਿਤ ਵੇਰਵਿਆਂ ਦਾ ਜ਼ਿਕਰ ਕਰਦੇ ਹੋਏ ਨਿਰਧਾਰਤ ਪ੍ਰਫਾਰਮ ਅਨੁਸਾਰ ਸਵੈ ਘੋਸ਼ਣਾ ਪੱਤਰ ਪੇਸ਼ ਕਰਨੇ ਹੋਣਗੇ। ਅੱਛਾ, ਜਿਨ੍ਹਾਂ ਨੇ ਅਪਲਾਈ ਕਰਨ ਲੱਗਿਆ ਉੱਥੇ ਕ੍ਰੀਮੀ ਲੇਅਰ ਸਿਲੈਕਟ ਕੀਤਾ ਸੀਗਾ, ਤਾਂ ਇੱਥੇ ਇਹਦੇ ਵੇਰਵਿਆਂ ਦਾ ਤੁਸੀਂ ਉਹਨਾਂ ਨੂੰ ਸਰਟੀਫਿਕੇਟ ਦੇਣਾ ਹੋਏਗਾ। ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਜਿਹੜੇ ਉਮੀਦਵਾਰ, ਜਿਹਨੂੰ ਆਪਾਂ ਇਕਨੋਮਿਕਲੀ ਵੀਕਰ ਕਹਿ ਦਿੰਦੇ ਆ, ਉਹਨਾਂ ਨੇ ਆਪਣਾ ਸਰਟੀਫਿਕੇਟ ਨਾਲ ਜ਼ਰੂਰ ਲਗਾਉਣਾ। ਅਗਰ ਤੁਸੀਂ ਐਕਸ ਸਰਵਿਸਮੈਨ ਸੀਗੇ, ਸੈਲਫ ਯਾਨੀ ਖੁਦ ਲਈ ਅਪਲਾਈ ਕੀਤਾ, ਜਾਂ ਫਿਰ ਤੁਸੀਂ ਐਕਸ ਸਰਵਿਸਮੈਨ ਡਿਪੈਂਡੈਂਟ 'ਚ ਅਪਲਾਈ ਕੀਤਾ ਹੈਗਾ, ਤਾਂ ਤੁਸੀਂ ਜੋ ਉਮੀਦਵਾਰ ਸੈਨਿਕ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦਸਤਾਵੇਜ਼ ਉਹ ਤੁਸੀਂ ਉੱਥੇ ਪੇਸ਼ ਕਰਨਾ ਹੋਵੇਗਾ। ਅਗਰ ਤੁਸੀਂ ਸਪੋਰਟਸ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਹੈਗਾ, ਤਾਂ ਜਿਸ ਸਪੋਰਟਸ ਦਾ ਤੁਸੀਂ ਮੰਨ ਕੇ ਚਲੋ ਕਲੇਮ ਕੀਤਾ ਕੋਟਾ, ਜੋ ਵੀ ਤੁਸੀਂ ਆਪਣੇ ਸਪੋਰਟਸ ਨਾਲ ਸੰਬੰਧੀ ਡਾਕੂਮੈਂਟ ਆ ਉਹ ਤੁਸੀਂ ਨਾਲ ਜ਼ਰੂਰ ਉੱਥੇ ਲੈ ਕੇ ਜਾਣੇ ਆ। ਰਾਖਵੀਆਂ ਸ਼੍ਰੇਣੀਆਂ, ਪਛੜੀਆਂ ਸ਼੍ਰੇਣੀਆਂ, ਇਕਨੋਮਿਕਲੀ ਵੀਕਰ, ਦਿਵਿਆਂਗ ਉਮੀਦਵਾਰ ਪੰਜਾਬ ਦੇ ਨਿਵਾਸੀ ਹੋਣ ਦਾ ਸਬੂਤ ਵਜੋਂ ਤਾਜ਼ਾ ਜਾਰੀ ਕੀਤੇ ਗਏ 5 ਸਾਲ ਤੋਂ ਘੱਟ ਪੁਰਾਣਾ ਰਿਹਾਇਸ਼ੀ ਸਰਟੀਫਿਕੇਟ ਹੋਣਾ ਚਾਹੀਦਾ। ਇਹ ਜਿਹੜੇ ਵੀ ਕੈਟੇਗਰੀ ਤੁਸੀਂ, ਅਗਰ SC ਹੋ, ਅਗਰ ਤੁਸੀਂ ST ਹੋ, ਇਕਨੋਮਿਕਲੀ ਵੀਕਰ ਜਾਂ ਹੈਂਡੀਕੈਪਟ ਹੋ, ਤਾਂ ਤੁਹਾਡੇ ਕੋਲੇ 5 ਸਾਲ ਤੋਂ ਘੱਟ ਪੁਰਾਣਾ ਆਪਣਾ ਰੈਜ਼ੀਡੈਂਸ ਸਰਟੀਫਿਕੇਟ ਹੋਣਾ ਚਾਹੀਦਾ ਹੈਗਾ। ਅਗਰ ਤੁਸੀਂ ਨਹੀਂ ਬਣਵਾਇਆ ਤਾਂ ਉਹਨੂੰ ਜਲਦੀ ਤੋਂ ਜਲਦੀ ਅਪਲਾਈ ਕਰ ਲਓ। ਅਗਰ ਤੁਹਾਡਾ ਐਕਸਪਾਇਰ ਹੋ ਚੁੱਕਿਆ ਤਾਂ ਵੀ ਅਪਲਾਈ ਕਰ ਲਓ। ਮੇਕ ਸ਼ੋਰ ਉਹ 5 ਸਾਲ ਤੋਂ ਜ਼ਿਆਦਾ ਪੁਰਾਣਾ ਨਾ ਹੋਵੇ। ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ID ਕਾਰਡ, ਜਿਹਨੂੰ ਆਪਾਂ ਸ਼ਨਾਖਤੀ ਕਾਰਡ ਕਹਿੰਦੇ ਆ। ਸਬੂਤ ਵਜੋਂ ਆਧਾਰ ਕਾਰਡ, ਪਾਸਪੋਰਟ, ਵੋਟਰ ਸ਼ਨਾਖਤੀ ਕਾਰਡ, ਡਰਾਈਵਿੰਗ ਲਾਇਸੈਂਸ, ਕੋਈ ਵੀ ਇੱਕ ਤੁਹਾਡੇ ਕੋਲ ਹੋਣਾ ਚਾਹੀਦਾ। ਇੱਥੇ ਲਿਖਿਆ ਜ਼ਰੂਰ ਹੁੰਦਾ ਕੋਈ ਵੀ ਇੱਕ, ਬਟ ਜਿਹੜੀ ਪ੍ਰਾਇਓਰਿਟੀ ਆ ਉਹ ਆਧਾਰ ਕਾਰਡ ਨੂੰ ਹੀ ਦਿੱਤੀ ਜਾਂਦੀ ਹੈ। ਤਾਂ ਤੁਹਾਡੇ ਕੋਲੇ ਤੁਹਾਡਾ ਆਧਾਰ ਕਾਰਡ ਜੋ ਕਿ ਬਿਲਕੁਲ ਮੈਚ ਕਰਦਾ ਹੋਣਾ ਚਾਹੀਦਾ, ਜਿਹਦਾ ਡੇਟ ਆਫ ਬਰਥ ਅਗਰ ਤੁਸੀਂ ਅਪਡੇਟ ਨਹੀਂ ਕਰਵਾਇਆ ਤਾਂ ਉਸ ਦੀ ਜਿਹੜੀ ਡਿਟੇਲ ਆ, ਜਿਹੜੀ ਡੈਮੋਗ੍ਰਾਫਿਕ, ਉਹ ਤੁਹਾਡੇ ਰੈਜ਼ੀਡੈਂਸ ਐਡਰੈਸ ਪਲੱਸ ਤੁਹਾਡੀ ਡੇਟ ਆਫ ਬਰਥ ਨਾਮ, ਉਹਨੂੰ 10ਵੀਂ ਦੇ ਸਰਟੀਫਿਕੇਟ ਨਾਲ ਕੱਲਾ ਸਪੈਲਿੰਗ ਮੈਚ ਕਰਦਾ ਹੋਣਾ ਚਾਹੀਦਾ। ਅਗਰ ਹਜੇ ਤੱਕ ਅਪਡੇਟ ਨਹੀਂ ਕਰਵਾਇਆ ਤਾਂ ਜਲਦੀ ਤੋਂ ਜਲਦੀ ਉਹਨੂੰ ਵੀ ਅਪਡੇਟ ਕਰਵਾ ਲਓ। ਇਸ ਵੀਡੀਓ ਵਿੱਚ ਇੰਨਾ ਹੀ। ਵੀਡੀਓ ਦੇਖਣ ਲਈ ਧੰਨਵਾਦ।